भी दया है। दुनियावी या दरगाही विद्या ਉਹਦਾ प्रयोग दया ਲਈ ਹੋਣਾ, दया वास्ते। ਇਹ ਜਿਹੜਾ ਔਰੰਗਜ਼ੇਬ ਹੈ, ਇਹਨੇ ਮਰਨ ਤੋਂ ਪਹਿਲਾਂ ਇੱਕ ਨਸੀਹਤਨਾਮਾ ਲਿਖਿਆ। मैं हैरान हो गया सिंह साहब को सुन के। औरंगजेब अपने नसीहतनामे च लिखदा है कि ए अल्लाह बादशाह बन के मैं अपनी विद्या नूं अपनी चीज नूं जिहड़ा जुल्म लई वरतिया, ऐ अल्लाह मेरी ते ए बेनती है तू किसे भी मुस्लिम नूं बादशाह बनाई ना। अपने नसीहत समझ खीर ते आई। और देखो एक और लफ्ज लिखे उन्हें नसीहतनामे कि ऐ मेरे पैरोकारो, ऐ मेरे अगां नौकरो, एहलकारो, मेरी कबर दे कोल दरख्त ना लाना, दरख्त ना लाना। मैं अपने विद्या नूं इन्ने जुल्म लई वरतिया, इन्ने जुल्म लई कि मेरी कबर नूं इन्नी निकम्मी है कि उन्हों भी छां भी नहीं मिलनी चाहिए। खीर ते नूं खुलिया कर मैं गलत कर ये धुप्पे मेरी कबर सड़ती रहे, ये अगे दरख्त भी ना लाना, भी इनू जे छां मिले ये योग भी नहीं, क्योंकि सारी विदे जुल्म ते लाती सारा बाली। मैं तो एक सीधी जी गल करांगा, जे कोई नवीं काढां भी साइंस ने विद्या दियां कड्डियां ते ਉਹਦੇ बटन भी ਚੱਲਣ, ਤੁਹਾਡੇ हथ ਚੱਲਣ ਤੇ दया ਲਈ ਚੱਲਣ। मेरे वर्गे ਨੂੰ ਤੇ SMS भी नहीं करना आंदा, मैनू ਤੇ ਤੁਹਾਡੇ ਜੋ ਜਿਹਨੂੰ SMS भी करना आंदा ਹੋਵੇ भी विद्या, ਉਹ ਵੀ ਇਹੋ ਜਿਹੇ बचन दूजे ਨੂੰ SMS 'ਚ ਭੇਜੋ कि बचन पढ़ के ही किसी का जीवन बदल जाए। आखो सतनाम। ਤੁਹਾਡੀਆਂ साइंस ने चीज़ां ਕੱਢੀਆਂ, ਇਹਨੂੰ ਤੁਸੀਂ ਹੁਣ मेरे मोबाइल ते पता नहीं कौन भेजदा, वाहिगुरू जाने, एक बचन रोज किसे ना किसे महापुरुष का ना SMS आना है। तो मैं जो पढ़दा ना तो फिर बेअंत वारी कुछ झोली च पा के जाता बचन। आखो सतनाम। किसी महापुरुष का बचन उन्हें SMS कर, ये भी भेजे। हुण तुसीं SMS गलत भेज दो, ਉਹ ਤੁਹਾਡੀ ਵਿਦਿਆ ਪਾਪ ਬਣਾ ਰਹੀ। ਤੁਸੀਂ ਪੂਰੀ ਕਮਾਈ ਵਾਲਿਆਂ ਦੇ ਕੋਈ ਉਹ ਬਚਨ SMS ਰਾਹੀਂ ਵੀ ਪ੍ਰਚਾਰ ਕਰ ਸਕਦੇ। ਕੋਈ ਵਿਦਿਆ ਦੁਨਿਆਵੀ ਜਾਂ ਦਰਗਾਹੀ ਆ ਹੋਰ ਵੀ ਜੋ ਕੁਝ ਚੱਲਿਆ कितना कुछ ही आईपोड चल पे। साडे भलाई केंद्र आया एक आईपोड लैके ते कहंदा बई इहदे सारा गुरु ग्रंथ साहिब जी का सहज पाठ भरिया होया ते मतलब तुसीं घर ला छड्डो लगातार उन्हें सहज पाठ ने चली जाना। भी जे किते रोकना भी रोक भी सकते हो, लगातार तो लगातार भी। हुण उहदे विच ही कोई होर भरना होवे है तो विद्या ही है। अमरीका च किसी ने आईपोड इस ढंग का बनाया
ਜਦੋਂ ਸਵੇਰ ਹੁੰਦੀ ਹੈ ਉਹਦੇ ਤੇ ਆਪਣੇ ਆਪ ਨਿਤਨੇਮ ਵਾਲੀਆਂ ਬਾਣੀਆਂ ਦਾ ਪਾਠ ਆ ਜਾਂਦਾ, ਦਿਨੇ ਸੁਮਨੀ ਸਾਹਿਬ, ਦਿਨੇ ਸ਼ਬਦ, ਸੰਧਿਆ ਵੇਲੇ ਆਪਣੇ ਆਪ ਉਹ ਟਾਈਮ ਜਿਹੜਾ ਰਾਸ ਸਾਹਿਬ ਦਾ, ਸੌਣ ਵੇਲੇ ਸੋਹਿਲਾ ਸਾਹਿਬ ਦਾ, ਹੋਰ ਜਿਹੜੇ ਜਿਹੜੇ ਵੇਲੇ ਕੋਈ ਉਸ ਢੰਗ ਨਾਲ ਵੇਦੇ। ਇਹ ਕੀ ਬਣ ਜਾਏਗਾ? ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਪੜ੍ਹ ਲਿਓ, ਜੇ ਦੁਨਿਆਵੀ ਤੇ ਦਰਗਾਹੀ ਵਿਦਿਆ ਦਇਆ ਲਈ ਵਰਤੀ ਜਾਵੇ। ਵਿਦਿਆ ਵਿਚਾਰੀ ਆਪ ਪਰ ਉਪਕਾਰੀ, ਵਿਦਿਆ ਵਿਚਾਰੀ ਆਪ ਪਰ ਉਪਕਾਰੀ। ਬੋਲੋ ਜੀ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਭੈਣੋ ਮਹਾਰਾਜ ਕਹਿੰਦੇ ਜੇ ਕਿਤੇ ਵਿਦਿਆ ਦੁਨਿਆਵੀ ਹੋਵੇ ਜਾਂ ਦਰਗਾਹੀ ਹੋਵੇ ਤੇ ਪਰਉਪਕਾਰ ਲਈ ਵਰਤੀ, ਦੂਜੀ ਚੀਜ਼ ਲਈ। ਦੁਨਿਆਵੀ ਤੇ ਦਰਗਾਹੀ ਵਿਦਿਆ ਇਹ ਦਇਆ ਲਈ ਵਰਤੀਆਂ ਜਾਣ। ਗੱਜ ਕੇ ਆਖੋ ਸਤਿਨਾਮ। ਪਰਉਪਕਾਰ ਲਈ 11ਵੀਂ ਦਇਆ। ਮੈਨੂੰ ਯਾਦ ਹੈ ਜੈਪੁਰ ਦੇ ਵਿੱਚ ਕੋਈ ਵਕੀਲ ਸੀ, ਵਕੀਲ ਤੇ ਹੁਣ ਵਕੀਲ ਇੱਕ ਵਿਦਿਆ ਹੁਨਰ ਹੈ। ਹੁਣ ਉਹ ਵਕੀਲ ਨੇ ਕੀ ਆਖਿਆ ਕਿ ਮੈਨੂੰ ਵਕੀਲ ਦਾ ਗੁਣ ਵਾਹਿਗੁਰੂ ਨੇ ਦਿੱਤਾ ਹੈ ਤੇ ਮੈਂ ਮਾਇਆ ਵੀ ਕਮਾਨਾ ਵਾਂ, ਪਰ ਤੇਰਾ ਕੇਸ ਮੈਂ ਬਿਲਕੁਲ ਫਰੀ ਕਰਾਂਗਾ ਕਿ ਆਪਣੇ ਹੁਨਰ ਨੂੰ ਮੈਨੂੰ ਗੁਰੂ ਨੇ ਸਿਖਾਇਆ, ਇਹ ਦਇਆ ਲਈ ਵੀ ਵਰਤ। ਹਾਂ ਸਿੱਖੀ ਹੈ। ਮੈਂ ਤੇ ਬੇਨਤੀ ਕਰਾਂਗਾ ਇਨਕਲਾਬ ਲਿਆ। ਜੇ ਤੁਹਾਡਾ ਡਾਕਟਰੀ ਵਿੱਚ ਨਾਂ ਚਮਕ ਗਿਆ, 150 ਰੁਪਇਆ 200 ਰੁਪਇਆ ਫੀਸ ਲੈਂਦੇ ਹੋ ਤੇ ਇੱਕ ਇਨਕਲਾਬ ਲੈ ਆਓ, 6 ਦਿਨ ਫੀਸ ਲੈ ਲਓ, ਇੱਕ 7ਵਾਂ ਦਿਨ ਆਪਣੀ ਵਿਦਿਆ ਨੂੰ ਦਇਆ ਲਈ ਵੀ ਰੱਖ ਲਓ। ਆਖੋ ਸਤਿਨਾਮ। ਦਇਆ ਲਈ ਕਿ ਨਿਰੀ ਨੋਟਾਂ ਨਾਲ ਵੀ ਸ਼ਾਂਤੀ ਨਹੀਂ। ਜਿਹੜਾ ਮੈਂ 20 ਸਾਲ ਵਿੱਚ ਡਾਕਟਰੀ ਦਾ ਦੁਨਿਆਵੀ ਗੁਣ ਪ੍ਰਾਪਤ ਕੀਤਾ ਹੈ, ਇਹ ਨਿਰਾ ਮਾਇਆ ਲਈ ਨਹੀਂ ਹੋਵੇ, ਪਰਉਪਕਾਰ ਲਈ, ਦਇਆ ਲਈ। ਜਿਵੇਂ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ ਨਾ, ਕੋਈ ਗੁਰਮੁਖ ਪਾਠੀ ਸਿੰਘ 2 ਘੰਟੇ ਰੌਲ ਦਵੇ, ਉਹਦੀ ਭੇਟਾ ਲਲਵੇ, ਹਿਸਾਬ ਬਰਾਬਰ ਹੋ ਗਿਆ। ਪਰ 2 ਘੰਟੇ ਰੌਲ ਦੇਣ ਤੋਂ ਬਾਅਦ ਮੱਥਾ ਟੇਕ ਕੇ ਭੁੱਲ ਚੁੱਕ ਦੀ ਮਾਫੀ ਮੰਗ ਕੇ ਇੱਕ 15 ਮਿੰਟ ਖਲੋ ਕੇ ਚੌਰ ਸਾਹਿਬ ਦੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਹਾਜ਼ਰੀ ਲਾ ਲਵੇ, 2 ਘੰਟੇ ਕਿਰਤ ਹੋ ਗਈ, ਉਹ 15 ਮਿੰਟ ਉਹਦੀ ਦਰਗਾਹ 'ਚ ਹਾਜ਼ਰੀ ਲੱਗ ਜੇ। ਦਰਗਾਹ ਬੜੀ ਵੱਡੀ ਬਾਤ ਹੈ। ਸਤਿ ਸ੍ਰੀ ਅਕਾਲ। ਕੋਈ ਡਾਕਟਰ 20 ਸਾਲ ਮਿਹਨਤ ਲਾਈ ਹੈ, 6 ਦਿਨ ਜਿਹੜੀ ਹੈ ਉਹਦੀ ਰੋਟੀਆਂ ਲਈ ਕਿਰਤ ਹੈ, ਪ੍ਰਸ਼ਾਦਿਆਂ ਲਈ, ਪਦਾਰਥਾਂ ਲਈ। ਲੇਕਿਨ ਜਿਹੜਾ 7ਵਾਂ ਦਿਨ ਉਹ ਡਾਕਟਰ ਲਾਏਗਾ ਨਾ ਵੀ ਜਿਹੜਾ ਮਰਜ਼ੀ ਆਵੇ, ਅੱਜ ਦੇ ਦਿਨ ਕਿਸੇ ਗਰੀਬ ਲੋੜਵੰਦ ਕੋਲੋਂ ਕੋਈ ਫੀਸ ਨਹੀਂ, ਉਹ 7ਵੇਂ ਦਿਨ ਦੀ ਹਾਜ਼ਰੀ ਉਹਦੀ ਦਰਗਾਹ ਦੀ ਹਾਜ਼ਰੀ ਬਣ ਜਾਏਗੀ। ਆਖੋ ਸਤਿਨਾਮ। ਇਹ 11ਵੀਂ ਦਇਆ। ਤੁਹਾਨੂੰ ਵਾਹਿਗੁਰੂ ਨੇ ਕੋਈ ਦੁਨਿਆਵੀ ਵਿਦਿਆ ਦਿੱਤੀ ਹੋਵੇ ਤੇ ਭਾਵੇਂ ਦਰਗਾਹੀ, ਇਹਨੂੰ ਵਰਤਣ ਵੇਲੇ ਦਇਆ ਲਈ ਵਰਤਣਾ, ਕਿਸੇ ਦੂਜੇ ਪੱਖ ਲਈ ਨਹੀਂ।
5 मिनट होर सहयोग देना। एक बारी करो कृपा जी। विद्या विचारी तापरे उतारी, विद्या विचारी तापरे उतारी। रज के भैनों गुरु अमरदास जी नूं हुण मेरे दरगाही विद्या अगे आ गई। गुरु अमरदास जी नूं लत मारी दातू ने, साडा हक सी, तुसीं बह गए हो। गुरु साहब ने अगों चरण पकड़ ले, मेरियां हड्डियां सख्त ने, तुहानूं तकलीफ ना होई हो। किड्डा वड्डा गुरु घर है। गुरु अमरदास उथों चले गए, मेरे करके रंजिश हो रही है ना, चले गए। हुण जिथे गए सारी संगत लभे, सारी संगत गुरु साहब किते चले गए, गुरु साहब किते चले गए, चले गए इधर बासर के। हुण जदों बाबा बुढ़ा साहब जी नूं पुछया भी बाबा जी तुहानूं गुरु नानक ने दरगाही बचन दिता, तैथों ओले ना होसां, दसो गुरु अमरदास जी कित्थे है? बाबा जी कहंदे भी जे हुण असी आ दरगाही दात है, जे असी दसदे हां भी गुरु अमरदास जी इत्थे आ, वेख के ते होमे आ जाएगी। बाबा बुढ़ा साहब जी कहते गुरु अमरदास जी की घोड़ी अगे अरदास करते हैं, तो फिर जिधर घोड़ी जाई जाएगी उधर असी जाई जावांगे। वड्याई घोड़ी नूं दे, हुण घोड़ी जिधर जाती है बाबा जी मगरे मगरे कर आ भी रहे ने। सारा आगे बासर के वड्याई वेखो घोड़ी नूं दे, कैसी विद्या वेखो गुरु घर ते। हुण जदों आ गए बासर के जिथे गुरुद्वारा सन साहब, बाहर बोर्ड लगा कि जेड़ा बूहा खोल के अंदर आवे ओदा साडा सिख नहीं, सख्ती या मुँह काला कुछ भी। हुण सारी संगत कहंदे भी गुरु अमरदास जी लभ ते पए है, इस जगह ते हैगे है, पर बाहर बोर्ड लगा कि बूहा खोल के जेड़ा अंदर आवे साडा सिख। हुण वेख लो ए जुगतियां ओहो ही दे सकदा जिहदे कोल दरगाही विद्या आखो सतनाम। हुण सारे कहंदे बाबा बुढ़ा साहब जी इत्थों तक लै आओ, हुण बूहा लगा तुहाडे कोल दुनियावी विद्या भी है, 6वें पातशाह नूं तुसीं दुनियावी विद्या भी पढ़ाई, शस्त्र विद्या भी सिखाई, दरगाही विद्या भी। बाबा बुढ़ा साहब जी तुहाडे कोल दोवें विद्या ने, दुनियावी भी है दरगाही भी है, इहदा हल दसो। बूहा लगा हुण बाबा जी कोल दरगाही दातां सी, दरगाही दातां वालियां कोल जुगतियां हुंदियां, गज के आखो सतनाम। जुगतियां उस वेले बाबा बुढ़ा साहब जी ने दरगाही विद्या वरती। कहंदे कोई नहीं, जे बूहे ते बोर्ड लगा जेड़ा बूहा खोले वो साडा सिख नहीं, आपां बूहा खोलदे ही नहीं, आपां मगरों दी सन ला लैने। हक सतनाम। वो जदों मगरों दी सन लाई ते सन ला के ते जदों बाबा बुढ़ा साहब अंदर लंघे, होर कुछ सिख लंघे, गुरु अमरदास जी कहंदे बोर्ड नहीं पढ़िया? कहंदे जी पढ़िया। बोर्ड ते लिखिया भी जेड़ा अंदर इंज आवे साडा सिख नहीं, बूहे रही। तुसी बोर्ड नहीं पढ़िया? बाबा जी कहंदे जी पढ़िया। ते फिर कहंदे असीं बूहा खोलिया ही नहीं, तुहाडा हुकम। ये दरगाही बातां सी, असीं बूहा खोलिया ही नहीं जी,
ਨਾ ਹੀ ਅਸੀਂ ਕੁੰਡੇ ਨੂੰ ਹੱਥ ਲਾਇਆ, ਨਾ ਜਿੰਦਰੇ ਨੂੰ ਹੱਥ ਲਾਇਆ, ਨਾ ਬੂਹੇ ਨੂੰ ਹੱਥ ਲਾਇਆ, ਨਾ ਬੂਹਾ ਖੋਲਿਆ। ਫਿਰ ਕਿਵੇਂ ਆ ਗਏ? ਕਹਿੰਦੇ ਜੀ ਅਸੀਂ ਮਗਰੋਂ ਦੀ ਸੰਨ ਲਾ ਕੇ ਆ ਗਏ। ਤੁਹਾਡਾ ਹੁਕਮ ਵੀ ਮੰਨਿਆ ਜਾਵੇ ਤੇ ਤੁਹਾਡੇ ਦਰਸ਼ਨ ਵੀ ਹੋ ਜਾਣ। ਤੁਹਾਡਾ ਹੁਕਮ ਹੀ ਮੰਨੇ, ਇਹ ਦਰਗਾਹੀ ਗੱਲਾਂ, ਇਹ ਦਰਗਾਹੀ ਜੁਗਤੀਆਂ। ਤੁਹਾਡਾ ਹੁਕਮ ਹੀ ਮੰਨਿਆ ਜਾਵੇ, ਤੁਹਾਡੇ ਦਰਸ਼ਨ ਵੀ ਹੋ ਜਾਣ। ਤੇ ਗੁਰੂ ਅਮਰਦਾਸ ਮੌਜ ਵਿੱਚ ਆ ਗਏ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਐਡੀਆਂ ਜੁਗਤੀਆਂ ਸੰਗਤ ਦੇ ਵਾਸਤੇ ਵਰਤੀਆਂ ਕਿਦੇ ਲਈ? ਦਇਆ ਲਈ, ਸੰਗਤ ਦੇ ਦਰਸ਼ਨਾਂ ਲਈ। ਗੱਜ ਕੇ ਆਖੋ ਸਤਿਨਾਮ। ਸੰਗਤ ਦੇ ਦਿਦਾਰਿਆਂ ਲਈ। ਰਸਨਾ ਜੋ ਬਚਨ ਕੀਤਾ, ਕਹਿੰਦੇ ਜਿਸ ਪਿਆਰ ਨਾਲ ਤੁਸੀਂ ਇਸ ਸੰਨ ਲਾ ਕੇ ਆਏ ਹੋ, ਜਿਹੜਾ ਇਸ ਤਰ੍ਹਾਂ ਫਿਰ ਪ੍ਰੇਮ ਤੇ ਪਿਆਰ ਦੇ ਨਾਲ ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸੰਨ ਲਾ ਕੇ ਇਸ ਸੰਨ ਚੋਂ ਸ਼ਰਧਾ ਨਾਲ ਲੰਘੇਗਾ, ਉਹਦੀ 84 ਕੱਟੀ ਜਾਏਗੀ। ਸਤਿ ਸ੍ਰੀ ਅਕਾਲ। ਇਹ ਜ਼ਰੂਰ ਕਦੀ ਕਦੀ ਚੈੱਕ ਕਰਿਆ ਕਰੋ। ਇਹ ਕ੍ਰੋਧ ਕੁਝ ਕੰਟਰੋਲ ਚ ਹੈ ਕਿ ਜ਼ਰੂਰ ਚੈੱਕ ਕਰਿਆ। ਹਿਰਦਾ ਵੱਡਾ ਹੋਇਆ ਕਿ ਨਹੀਂ ਅਜੇ? ਕਿ ਉੱਥੇ ਹੀ ਹੈ, ਘਰਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਚ ਹੀ ਬਸ ਗੁੱਸੇ ਗਾਸੇ ਚ ਹੀ ਸਭ ਦਿਨ ਲੰਘਦੇ ਪਏ। ਇਹ ਨਹੀਂ ਹੋਇਆ ਤੇ ਕਰੋ। ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਇੱਕ ਵਾਰੀ ਪਿਆਰ ਵਿੱਚ ਬਚਨ ਕੀਤਾ ਸੀ ਡਾਕਟਰਾਂ ਨੂੰ। ਕਹਿੰਦੇ ਡਾਕਟਰੋ ਸਾਨੂੰ ਵੀ ਦਵਾਈ ਦਿਓਗੇ, ਸਾਡੀ ਵੀ, ਅਸੀਂ ਵੀ ਠੀਕ ਨਹੀਂ, ਬਾਬਾ ਜੀ ਹੁਕਮ ਕਰੋ। ਤੇ ਫਿਰ ਪਿਆਰ ਵਿੱਚ ਬਚਨ ਕੀਤਾ ਸੀ। ਕਹਿੰਦੇ ਬਾਕੀ ਤੇ ਸਭ ਕੁਝ ਠੀਕ ਠਾਕ ਹੈ, ਹੁਣ ਸਮਝ ਲੈਣਾ, ਬਾਕੀ ਤੇ ਸਭ ਕੁਝ ਠੀਕ ਠਾਕ ਹੈ, ਕਦੀ ਕਦੀ ਹਉਮੈ ਟਫਲਾ ਮਾਰ ਜਾਂਦੀ। ਆਖੋ ਸਤਿਨਾਮ। ਇਹ ਮੈਨੂੰ ਪਰਸੋਂ ਇੱਕ ਬਹੁਤ ਗੁਰਮੁਖ ਪਿਆਰੇ ਮਿਲੇ, ਬਹੁਤ ਗੁਰਮੁਖ ਰੂਹ ਮਿਲੇ। ਫਿਰ ਉਹਦੇ ਨਾਲ ਦੁਨਿਆਵੀ ਗੱਲਾਂ ਨਹੀਂ ਹੁੰਦੀਆਂ। ਮੈਂ ਕਿਹਾ ਪੰਜਾਂ ਚੋਂ ਕਿੰਨੇ ਕੁ ਵਸ ਚ ਹੋ ਗਏ? ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਰਨੈਲ ਨੇ ਕਲਯੁਗ ਦੇ। ਬਾਕੀ ਫੌਜਾਂ ਨੇ ਆਲਸ ਨੀਂਦਰ ਵੈਸ਼ ਵਾਸੀਆਂ, ਇਹ ਫੌਜਾਂ ਦੀਆਂ ਅਗਲੀਆਂ। ਆਹ ਜਰਨੈਲ ਨੇ ਪੰਜ। ਦਾਸ ਨੇ ਪੁੱਛਿਆ, ਮੈਂ ਕਿਹਾ ਪੰਜਾਂ ਚੋਂ ਕਿੰਨੇ ਕੁ ਕੰਟਰੋਲ ਚ ਹੋ ਗਏ? ਉਹ ਗੁਰਮੁਖ ਪਿਆਰਾ ਸੀ, ਇੰਜ ਹੱਥ ਜੋੜ ਕੇ ਕਹਿਣ ਲੱਗਾ, ਬਾਬਾ ਦੀਪ ਸਿੰਘ ਦਾ ਬਹੁਤ ਪਾਸ਼ਕ ਹੈ, ਹੱਥ ਜੋੜ ਕੇ ਕਹਿਣ ਲੱਗਾ, ਕਹਿੰਦਾ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਕਦੀ ਕਦੀ ਵਾਸ਼ਨਾ ਹੈਵੀ ਹੋ ਜਾਂਦੀ ਹੈ, ਬਾਕੀ ਚਾਰੇ ਹੀ ਕੰਟਰੋਲ ਚ ਹੋਏ ਹੋਏ। ਆਖੋ ਸਤਿਨਾਮ। ਮਜ਼ਾ ਆਇਆ। ਭਾਵੇਂ ਇੱਕ ਜਨਮ ਚਲੋ ਇੱਕ ਕੰਟਰੋਲ ਚ ਹੋ ਜੇ, ਦੋ ਹੋ ਜਾਣ, ਥੋੜਾ ਕਦੀ ਕਦੀ ਸੋਚਣਾ, ਵਿਚਾਰਨਾ। ਗੁਰੂ ਅਮਰਦਾਸ ਜੀ ਕਹਿੰਦੇ ਆ ਪੰਜਾਂ ਨੂੰ ਜਿਹੜਾ ਸੰਨ ਲਾ ਕੇ ਆ ਸੰਨ ਚੋਂ ਪਿਆਰ ਨਾਲ ਲੰਘੇਗਾ, ਆ ਸੰਨ ਲਾ ਕੇ ਸੰਨ ਚੋਂ ਪਿਆਰ ਨਾਲ ਲੰਘੇਗਾ, ਓਏ ਉਹਦੀ 84 ਕੱਟੀ ਜਾਏਗੀ। ਆਖੋ ਸਤਿਨਾਮ। ਹੁਣ ਬਾਬਾ ਜੀ ਨੇ ਦਰਗਾਹੀ ਵਿਦਿਆ ਨੂੰ ਜਿੱਥੇ ਵੀ ਵਰਤਿਆ, ਦਇਆ ਲਈ ਵਰਤਿਆ। ਆ ਦੁਨਿਆਵੀ ਵਿਦਿਆ ਤੇ ਦਰਗਾਹੀ ਵਿਦਿਆ ਨੂੰ ਦਇਆ ਲਈ ਵਰਤਣਾ 11ਵੀਂ ਦਇਆ। ਇਹ ਜਿੰਨੀਆਂ ਸੰਗਤਾਂ ਬੈਠੀਆਂ ਜੇ, ਬਾਬਾ ਜੀ ਦੀ ਕਈ ਦੁਨਿਆਵੀ ਚੀਜ਼ਾਂ ਵੱਲੋਂ ਤੁਹਾਡੇ ਤੇ ਬੜੀ ਮਿਹਰ ਹੁੰਦੀ ਹੈ, ਵੀ ਗੁਣ ਹੁੰਦੇ ਨੇ। ਆ ਕੋਈ ਦਿਨ ਹੋਏ ਇੱਕ ਪ੍ਰਿੰਸੀਪਲ ਮੈਨੂੰ ਮਿਲੀ ਤੇ ਮੈਂ ਕਿਹਾ ਵੀ ਰੋਟੀਆਂ ਕਰਕੇ ਹੀ ਪੜ੍ਹਾਉਂਦੇ ਹੋ ਕਿ ਹੋਰ ਵੀ ਕੰਮ? ਇਹ ਪੜ੍ਹੀ ਲਿਖੀ ਲਾਈਫ ਵਿੱਚ ਦਇਆ ਲਈ ਵੀ ਲੱਗਦੀ ਹੈ ਕਿ ਰੋਟੀਆਂ ਤੱਕ? ਹੋ ਮੈਂ ਹੈਰਾਨ ਹੋ ਗਿਆ। ਪ੍ਰਿੰਸੀਪਲ ਕਹਿੰਦੀ 35,000 ਰੁਪਏ ਲੈਣੀ ਆ, 7:30 ਸਕੂਲ ਜਾਨੀ ਆ, 3 ਵਜੇ ਆਨੀ ਆ,
आ है मेरी किरत, आ मेरे प्रिंसीपल दी है रोटियां कारण पूरे ताल। ये दिल्ली दी प्रिंसीपल है जी। ते कहंदी शामी 3 ਤੋਂ 5 ਉਹ ਬੱਚੇ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਨੇ, ਉਹ ਜਿਹੜਾ ਗਰੀਬੀ ਰੇਖਾ ਤੋਂ ਹੇਠਾਂ ਹੁੰਦੇ ਨਾ, ਉਹਦੇ ਚ ਇਹ ਨਹੀਂ ਹੁੰਦਾ ਵੀ ਇਹ ਤੀਜੀ ਕਲਾਸ ਹੈ ਚੌਥੀ ਹੈ। ਉਹਦੇ ਹੋ ਸਕਦਾ 2 ਬੱਚੇ ਚੌਥੀ ਦੇ ਹੋਣ, 2 ਪਹਿਲੀ ਦੇ ਹੋਣ, 2 7ਵੀਂ ਦੇ ਹੋਣ। ਉਹਨਾਂ ਨੂੰ ਇਹ CBSE ਵਾਲੀ ਵੀ ਪੜ੍ਹਾਈ ਨਹੀਂ ਦੂਜੀ। ਕਹਿਣ ਲੱਗੇ ਤਕਰੀਬਨ 2:30 ਵਜੇ ਤੱਕ 7:30 ਤੋਂ 2:30 ਤੱਕ ਦੁਨਿਆਵੀ ਵਿਦਿਆ ਤਨਖਾਹ ਲੈਣੀ ਹੈ, ਪਰ ਫਿਰ ਸ਼ਾਮੀ 3 ਤੋਂ 5 ਵਜੇ ਤੱਕ ਗਰੀਬੀ ਰੇਖਾ ਤੋਂ ਹੇਠਾਂ ਦੇ ਬੱਚੇ, ਕਹਿੰਦੀ ਤਕਰੀਬਨ 85 ਬੱਚੇ ਮੇਰੇ ਹਿੱਸੇ ਨੇ। ਮੇਰਾ ਯਤਨ ਇਹ 85 ਬੱਚੇ ਸਾਲ ਵਿੱਚ ਆਪਣੇ ਪੈਰਾਂ ਤੇ ਸਟੈਂਡ ਹੋ ਜਾਣ। ਹੁਣ ਦੱਸੋ 35,000 ਤਨਖਾਹ, 7:30 ਤੋਂ 2:30 ਉਹਦੀ ਕਿਰਤ। ਆ ਜਿਹੜੀ ਦੂਸਰੀ ਹਾਜ਼ਰੀ, ਇਹ ਪਤਾ ਨਹੀਂ ਕਦੀ ਚਲੋ ਦਿੱਲੀ ਜਾਓਗੇ ਦਰਸ਼ਨ ਹੀ, ਉਹ ਜਿਹੜੀ ਸੰਸਥਾ ਚਲਾ ਰਹੀ ਹੈ ਨਾ, ਉਹ ਤੇ ਪ੍ਰਿੰਸੀਪਲ ਹੈ ਨਾ, 2 ਘੰਟੇ ਉਹਨੇ ਸੇਵਾ ਕਰਨੀ ਨਾ। ਜਿਹੜੀ ਸੰਸਥਾ ਚਲਾ ਰਹੀ ਹੈ ਉਹਨਾਂ ਨੇ 9 ਬੱਸਾਂ ਪਾਈਆਂ, ਔਰ ਨਾਨਕਸਰ ਵਾਲੇ ਮਹਾਂਪੁਰਸ਼ਾਂ ਨਾਲ ਸੰਪਰਕ ਇਹ ਸੰਪਰਦਾ ਨਾਲ 9 ਬੱਸਾਂ ਨੇ। ਜਿਹੜੇ ਝੁੱਗੀਆਂ ਵਾਲੇ ਬੱਚੇ ਨਾ, ਗਰੀਬ ਗੁਰਬੇ, ਬਿਲਕੁਲ ਝੁੱਗੀਆਂ ਦੇ ਬਾਹਰ, ਕੱਪੜੇ ਵੀ ਨਹੀਂ, ਉਹ ਵੀ ਨਹੀਂ, ਇਸ ਤਰ੍ਹਾਂ ਫਿਰਦੇ ਰਹਿੰਦੇ। 9 ਬੱਸਾਂ ਨੇ ਜਿਹੜੀਆਂ ਅਲੱਗ-ਅਲੱਗ ਝੁੱਗੀਆਂ ਚੋਂ ਉਹਨਾਂ ਨੂੰ ਲੈਣ ਜਾਂਦੀਆਂ। ਉਹ 11-12 ਵਜੇ ਜਾਂਦੀਆਂ ਲੈਣ, ਔਰ ਇੱਕ ਸਟਾਫ ਰੱਖਿਆ, ਉਹ 9 ਬੱਸਾਂ ਭਰ ਕੇ ਆਉਂਦੀਆਂ ਤੇ ਇੱਕ ਵੱਖਰਾ ਸਟਾਫ ਹੈ ਜਿਹੜਾ ਉਹਨਾਂ ਬੱਚਿਆਂ ਨੂੰ ਨਵਾਉਂਦਾ ਹੈ। ਦੇਖੋ ਸਿੱਖੀ। ਔਰ ਇੱਕ ਅਲੱਗ ਸਟਾਫ ਰੱਖਿਆ, ਫਿਰ ਉਹਨਾਂ ਨੂੰ ਨਵਾ ਕੇ ਭੋਜਨ ਦੇਣਾ। ਉਹ 3 ਵਜੇ ਤੱਕ ਉਹਨਾਂ ਦੀ ਪਹਿਲੇ ਇਹ ਤਿਆਰੀ ਵੀ ਰੋਜ਼ ਉਹਨਾਂ ਨੂੰ ਨਵਾਉਣਾ, ਸਾਰਿਆਂ ਦੀ ਕੰਘੀ ਕਰਨੀ, ਤੇਲ ਲਾਣਾ, ਆਹ ਬੱਚੇ ਵੀ ਪੈਰਾਂ ਤੇ। ਇਹ ਕੰਮ ਪੜ੍ਹਾਈ ਸ਼ੁਰੂ ਹੋਣ ਤੋਂ ਪਹਿਲਾਂ ਇਹ ਦੂਜਾ ਸਟਾਫ ਹੈ ਜਿਹੜਾ ਕਰਦਾ। ਉਹਨਾਂ ਦੇ ਫਿਰ ਨਵਾਉਣਾ ਧਵਾਣਾ, ਕੰਘੀ ਕਰਨੀ, ਬਸਤਰ ਪਵਾਣੇ, ਭੋਜਨ ਛਕਾਣਾ। ਭੋਜਨ ਛਕਾ ਕੇ 3 ਤੋਂ 5 ਜਿਹਦੀ ਜਿਹੜੀ ਇਹਨੂੰ ਦੂਜੇ ਬੰਨੇ ਨਾਲ ਖੜਿਓ, ਕਈ ਉਹਦੇ ਵਿੱਚ ਮਤਲਬ 20-20, 22-22, 28-28 ਸਾਲ ਦੀਆਂ ਵੱਡੀਆਂ ਲੜਕੀਆਂ ਵੀ ਨੇ, ਬਿਲਕੁਲ ਉਹ ਅਨਪੜ੍ਹ ਨੇ। ਉਹਨਾਂ ਨੂੰ ਜਿੱਥੇ ਜਿਹਦਾ ਹੈ ਉੱਥੋਂ ਤੱਕ ਉਹਨੂੰ ਉਨੀ ਵਿਦਿਆ। ਇਹਦੇ ਚ ਇਹ ਨਹੀਂ ਗਾ ਵੀ ਹੁਣ 50 ਬੱਚੇ ਚੌਥੀ ਦੇ ਬੈਠੇ, 50 ਬੱਚੇ 5ਵੀਂ ਦੇ ਨਹੀਂ। ਜਿਹਦੀ ਕੈਟਾਗਰੀ ਸਿਲੇਬਸ ਕਵਰ ਕਰਨ ਦੀ, ਉਹ 3 ਤੋਂ ਪਹਿਲੇ ਸਾਰੇ ਇਹ ਕੰਮ ਹੁੰਦੇ ਵੇ। ਉਹਨਾਂ ਨੂੰ ਲਿਆਣਾ, ਨਵਾਉਣਾ ਧਵਾਣਾ, ਕੰਘੀ ਕਰਨੀ, ਤੇਲ ਲਾਣੀ, ਤਿਆਰ ਕਰਨਾ, ਤੇ ਫਿਰ 3 ਤੋਂ 5 ਪੜਾ ਕੇ ਇੱਕ ਕੱਪ ਚਾਹ ਦਾ ਪਿਆ ਕੇ ਫਿਰ ਬੱਸਾਂ 'ਚ ਬਹਾ ਕੇ ਫਿਰ ਉਹਨਾਂ ਦੀਆਂ ਝੁੱਗੀਆਂ ਛੱਡਣਾ। ਇੱਕ ਜਕਾਰਾ ਦੇ ਪਿਆਰ ਦਿੰਦਾ। ਐਸੀ ਲਾਈਫ ਹੈ ਸਿੱਖ। ਸੋਨਿਹਾਲ ਸ੍ਰੀ ਅਕਾਲ। ਤੇ ਜਿਹੜੀਆਂ 19-20 ਟੀਚਰਾਂ ਤੇ ਪ੍ਰਿੰਸੀਪਲ 3 ਤੋਂ 5 ਉਹਨਾਂ ਨੂੰ ਪੜਾਉਂਦੀਆਂ, ਉਹ ਕਹਿੰਦੀਆਂ ਅਸੀਂ ਪੇ ਨਹੀਂ ਲੈਣੀ, ਸਵੇਰੇ ਪੇ ਲੈਂਦੀਆਂ। ਤੇ ਜਿਹੜੀ ਨਿਰੰਕਾਰ ਨੇ ਵਿਦਿਆ ਦਿੱਤੀ ਹੈ, ਇਹ ਕਿਤੇ ਦਇਆ ਲਈ ਵੀ ਵਰਤੀ ਜਾਵੇ। ਆਖੋ ਸਤਿਨਾਮ। ਆ 11ਵੀਂ ਦਇਆ। ਜੇ ਤੈਨੂੰ ਨਿਰੰਕਾਰ ਨੇ ਦੁਨਿਆਵੀ ਵਿਦਿਆ ਦਿੱਤੀ ਤੇ ਭਾਵੇਂ ਦਰਗਾਹੀ ਵਿਦਿਆ, ਇਹ ਪਰਉਪਕਾਰ ਦੇ ਲੇਖੇ ਲੱਗੇ, ਦਇਆ ਦੇ ਲੇਖੇ ਲੱਗੇ। ਨਿਰਾ ਰੋਟੀਆਂ ਤੱਕ ਇਹਦੇ ਚ ਇੰਜੀਨੀਅਰ ਵੀ ਆ ਜਾਣਾ, ਡਾਕਟਰ ਵੀ ਆ ਜਾਣਾ, ਵਕੀਲ ਵੀ ਆ ਜਾਣਾ, ਟੀਚਰਾਂ ਵੀ ਆ ਜਾਣਾ, ਪ੍ਰਿੰਸੀਪਲ ਵੀ ਆ ਜਾਣਾ, ਤੇ ਹੋਰ ਵੀ ਕਿਸੇ ਕੋਲ ਦੁਨਿਆਵੀ ਗੁਣ। ਇਹਨੂੰ ਆਪਣੇ ਗੁਣਾਂ ਨੂੰ ਰੋਟੀਆਂ ਤੱਕ ਨਾ ਰੱਖੋ। ਆਓ ਬੜੇ ਪਿਆਰ ਦੇ ਨਾਲ, ਕੋਈ ਵਾਂਝਾ ਨਾ ਰਹੇ ਜੀ, ਸਾਰੇ ਕਿਰਪਾ ਕਰਿਓ ਜੀ, ਸਾਰੇ ਹਾਜ਼ਰੀ ਲਾਇਓ ਜੀ। ਐਸਾ ਗੁਰ ਵੱਡ ਭਾਗੀ, ਐਸਾ ਗੁਰ ਵੱਡ ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ
ऐसा गुर वड भागी पाया, ऐसा गुर वड ऐसा गुर वड